वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वड भागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासिक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन हुण समा है। गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पंजवें पातशाह शहीदां दे सिरताज बाणी दे बोहित शांति दे पुंज सतगुरु पंचम पिता श्री गुरु अर्जन देव महाराज जी का है। प्रसंग है कि चंदू दी धी सदा कौर दा सगन लैके एक ब्राह्मण एक नाई कुछ उन्हां दे होर सेवादार दूसरी बारी श्री अमृतसर साहब पहुंचे ने। पहला घर वेखण आए सन, घर पसंद करके गए, हुण सगन लैके आए ने। सगन लाउण दा समा हो गया। गुरु दा दरबार सजिया है। दिल्ली तो आया ब्राह्मण सारी सौज समग्री तैयार करके बैठा है। सिर्फ केवल गुरु जी दे आदेश आज्ञा दी उड़ीक सी। इतने नूं दिल्ली तो एक दूत आ गया। ये ओही दूत है जिसनों दिल्ली दी संगत ने चिट्ठी दे के कढ़े, पत्र दे के कि जदों ब्राह्मण घर वेख के श्री अमृतसर साहब तो होके दिल्ली वापस गया, उन्हें जाके चंदू नूं दसिया कि मैं घर अते लड़का पसंद करके आया। ते चंदू ने बहुत कौड़े फिके भैड़े माड़े बोल बोले। वो कुछ सिखां ने सुने सन
ਕੁਝ ਸਿੱਖਾਂ ਨੇ ਸੁਣੇ ਸਨ। ਉਹਨਾਂ ਨੇ ਧਰਮਸ਼ਾਲਾ ਵਿੱਚ ਜਾ ਕੇ ਸੰਗਤ ਨੂੰ ਦੱਸਿਆ। ਸੰਗਤ ਨੇ ਫੈਸਲਾ ਕਰ ਲਿਆ। ਹੁਣ ਇਹ ਦਿੱਲੀ ਦੀ ਸੰਗਤ ਦਾ ਫੈਸਲਾ ਹੈ, ਜੋ ਇੱਕ ਚਿੱਠੀ ਦੇ ਪੱਤਰ ਦੇ ਰੂਪ ਵਿੱਚ ਦੂਤ ਲੈ ਕੇ ਇੱਕ ਮੈਸੇਂਜਰ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ। ਜਲਦੀ ਨਾਲ ਆ ਕੇ ਉਸਨੇ ਮੱਥਾ ਟੇਕਿਆ, ਗੁਰੂ ਜੀ ਦੇ ਚਰਨਾਂ ਵਿੱਚ ਚਿੱਠੀ ਰੱਖੀ ਹੈ, ਬੇਨਤੀ ਕੀਤੀ, ਮਹਾਰਾਜ ਸਗਨ ਦੇ ਕਾਰਜ ਕਰਨ ਤੋਂ ਪਹਿਲਾਂ ਇਹ ਦਿੱਲੀ ਦੀ ਸੰਗਤ ਦੀ ਅਰਜ਼ੀ ਹੈ, ਇੱਕ ਵਾਰੀ ਆਪ ਜੀ ਨਵੇਕਲੇ ਹੋ ਕੇ ਇਕਾਂਤ ਵਿੱਚ ਹੋ ਕੇ ਇਸ ਅਰਜ਼ੀ ਨੂੰ ਸੁਣ ਲਓ, ਪੜ੍ਹ ਲਓ। ਨੇ ਕਿਹਾ, ਮਹਾਰਾਜ ਇਹ ਸ਼ਰਧਾਹੀਣਾ, ਇਹ ਹੰਕਾਰੀ, ਇਹ ਪਾਪੀ, ਇਹਦੀ ਧੀ ਦਾ ਰਿਸ਼ਤਾ ਨਹੀਂ ਲੈਣਾ। ਹਾਂਜੀ। ਟੱਕਰ ਹਤੇ ਚੁਬਾਰੇ ਸੋ ਨਿਤ, ਮੋਰੀ ਮਹਿ ਮਰ ਹੈ ਪਛਤਾਤ। ਮਹਾਰਾਜ ਇਹ ਆਪਣੇ ਘਰ ਨੂੰ ਚੁਬਾਰਾ ਦੱਸਦਾ ਹੈ, ਤੁਹਾਡੇ ਘਰ ਨੂੰ ਮੋਰੀ ਦੱਸਦਾ ਹੈ। ਤੇ ਹੁਣ ਵੇਖਿਓ ਤੁਸੀਂ, ਇਹਦੀ ਟੱਕਰ ਚੁਬਾਰੇ ਦੀ ਮੋਰੀ ਨਾਲ ਹੋਣੀ ਹੈ, ਇਸੇ ਪਾਪ ਦੇ ਨਾਲ ਇਹਦੀ ਮੌਤ ਹੋਣੀ ਹੈ। ਉਹ ਸਿੱਖ ਨੂੰ ਅਗਲੀ ਗੱਲ ਦਾ ਵੀ ਪਤਾ ਸੀ ਕਿ ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੱਕ ਜਾਏਗਾ ਤੇ ਗੁਰੂ ਹਰਗੋਬਿੰਦ ਸਾਹਿਬ ਫਿਰ ਇਹਨੂੰ ਰਿਛ ਬਣਾਉਣ ਤੱਕ ਜਾਣਗੇ। ਇਹ ਗੱਲ ਰੁਕਦੀ ਨਹੀਂ ਨਾ। ਆਪਾਂ ਤੋਂ ਤੇ ਭੁਲੇਖਾ ਆਪਾਂ ਨੂੰ, ਆਪਾਂ ਸੋਚਦੇ ਮੈਂ ਇਹਦੇ ਨਾਲ ਇਦਾਂ ਕਰ ਦਿਆਂਗਾ। ਤੂੰ ਕਰ ਸਕਦਾ ਹੈ, ਪਰ ਕੀ ਉਸ ਤੋਂ ਬਾਅਦ ਜਿਹੜੀ ਨੀਅਤ ਹੈ, ਕੁਦਰਤ ਜਿਹੜੀ ਹੈ, ਉਹ ਬੰਦ ਹੋ ਜਾਏਗੀ? ਨਹੀਂ, ਕੁਦਰਤ ਨੇ ਅੱਗੇ ਚੱਲ ਪੈਣਾ। ਅੱਜ ਤੂੰ ਕਰੇਂਗਾ, ਕੱਲ ਨੂੰ ਫਿਰ ਤੇਰੇ ਨਾਲ ਵੀ ਤਾਂ ਹੋਣਾ ਹੈ ਨਾ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਜਪਜੀ ਸਾਹਿਬ ਨੂੰ ਇਦਾਂ ਪੜ੍ਹੋ ਕਿ ਆਪੇ ਬੀਜ ਆਪੇ ਹੀ ਖਾ, ਆਪੇ ਬੀਜ ਆਪੇ ਹੀ ਖਾ। ਜੋ ਅੱਜ ਬੀਜਿਆ ਕੱਲ ਤੁਹਾਨੂੰ ਖਾਣਾ ਪੈਣਾ। ਅੱਜ ਕਿਸੇ ਦਾ ਬੁਰਾ ਕਰੋਗੇ, ਅੱਜ ਕਿਸੇ ਨਾਲ ਲੁੱਟ ਖਸੁੱਟ ਕਰੋਗੇ, ਅੱਜ ਕਿਸੇ ਨਾਲ ਬੇਈਮਾਨੀ ਕਰੋਗੇ, ਲੋ ਕੱਲ ਨੂੰ ਤੁਹਾਡੇ ਅੱਗੇ ਆ ਹੀ ਲਓ। ਦੇਰ ਹੋ ਸਕਦੀ, ਅੰਧੇਰ ਥੋੜਾ ਹੋ ਸਕਦਾ ਹੈ। ਜੋ ਤੁਸੀਂ ਕਰ ਰਹੇ ਹੋ ਇਹ ਤੁਹਾਡੇ ਨਾਲ ਹੋਣਾ ਹੈ, ਸੋਚ ਕੇ ਕਰੋ। ਪਰ ਆਪਾਂ ਤੇ ਪਾਠ ਹੀ ਦੂਜਾ ਪੜ੍ਹ ਲਿਆ ਵੀ ਇਹ ਜੱਗ ਮਿੱਠਾ ਤੇ ਅਗਲਾ ਕਿਸ ਡਿੱਠਾ। ਸਾਡਾ ਤੇ ਪਾਠ ਹੀ ਹੈ ਵੀ ਰੱਬ ਨੇੜੇ ਕਿ ਕਸੋਨ। ਅਗਲਾ ਕਹਿੰਦਾ ਨਹੀਂ ਜੀ ਰੱਬ ਹੀ ਕਸੋਨੀ ਨੇੜੇ ਹੈ। ਨਹੀਂ, ਕਸੋਨ ਨੇੜੇ ਨਹੀਂ, ਰੱਬ ਨੇੜੇ ਹੈ। ਇਹ ਸਾਰੀਆਂ ਚੀਜ਼ਾਂ ਨੇ ਘੁੰਮ ਕੇ, ਜਿਹੜੀ ਅੱਜ ਧਰਤੀ ਤੁਹਾਡੇ ਪੈਰਾਂ ਥੱਲੇ ਹੈ, ਇਹਨੇ ਘੁੰਮ ਕੇ ਉਸ ਦੂਜੇ ਦੇ ਪੈਰਾਂ ਥੱਲੇ ਵੀ ਜਾਣਾ ਇੱਕ ਦਿਨ। ਇਸ ਕਰਕੇ ਜਿਹੜਾ ਵੀ ਬਿਹੇਵੀਅਰ, ਜਿਹੜਾ ਵਰਤਾਓ, ਜਿਹੜਾ ਵਰਤਾਰਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ ਉਹ ਲੋਕਾਂ ਨਾਲ ਕਰੋ। ਤੇ ਜਿਹੜਾ ਲੋਕਾਂ ਨਾਲ ਕਰੋਗੇ ਉਹ ਘੁੰਮ ਕੇ ਤੁਹਾਡੇ ਅੱਗੇ ਆ ਜਾਣਾ। ਭੱਜੋਗੇ ਕਿੱਧਰ ਤੁਸੀਂ? ਰੱਬ ਨੇ ਬੜੀ ਅੱਛੀ ਕੁਦਰਤ ਬਣਾਈ ਹੈ। ਸਭ ਕੁਝ, ਸਭ ਲੇਖਾ ਇੱਥੇ ਹੀ ਹੈ, ਹਿਸਾਬ ਕਿਤਾਬ ਇੱਥੇ ਦੇ ਕੇ ਜਾਣਾ ਹੈ। ਇੱਥੇ ਮੁੱਕਣ ਵਾਲਾ ਕੁਛ ਨਹੀਂ ਹੈ। ਹਾਂਜੀ। ਜਿਸੈ ਛੁਪਾਇਓ ਚਾਹਤ ਹੋ ਅਬ, ਸੋ ਬਿਦ ਤਹਿ ਸਭ ਮਹਿ ਪਲ ਭਾਂਤ। ਆਖਿਆ ਸਤਿਗੁਰੂ, ਜਿਹੜੀ ਗੱਲ ਇਹ ਸਿੱਖ ਛਪਾਉਣੀ ਚਾਹੁੰਦਾ ਹੈ, ਇਹ ਤੇ ਗੱਲ ਪ੍ਰਗਟ ਹੋ ਚੁੱਕੀ ਹੈ। ਭਾਵ ਦਿੱਲੀ 'ਚ ਤਾਂ ਰੌਲਾ ਪੈ ਚੁੱਕਿਆ ਤੇ ਇੱਥੇ ਪੈ ਜਾਏਗਾ। ਹਾਂਜੀ। ਕੂਕਰ ਕੂਕਤ ਕੀ ਸਮ ਪਾਪੀ, ਗਜ ਰਾਜਨ ਗੁਰ ਕਮੀ ਨਾ ਹੋਏ। ਆਖਿਆ ਕੂਕਰ ਜਿਹੜੇ ਨੇ, ਕੁੱਤਾ ਜਿਹੜਾ ਹੈ ਉਹ ਕੁੱਤਿਆਂ ਵਾਂਗੂ ਹੀ ਕੂਕੇਗਾ ਨਾ। ਤੇ ਜਿਹੜੇ ਗੱਜ ਰਾਜਨ ਹੁੰਦੇ ਨੇ, ਗੁਰੂ ਹਾਥੀਆਂ ਵਰਗੇ, ਉਹਨਾਂ ਨੂੰ ਕੀ ਕਮੀ ਹੁੰਦੀ ਹੈ? ਹੁਣ ਇੱਕ ਕੂਕਰ ਦੇ ਬੋਲਣ ਨਾਲ, ਭੌਂਕਣ ਨਾਲ ਹਾਥੀ ਨੂੰ ਕੀ ਫਰਕ ਪੈਂਦਾ ਹੈ? ਹਾਂਜੀ। ਸਾਕਤ ਸੰਕ ਨ ਬਣ ਹੈ ਤੁਮ ਸੋ, ਇਮ ਵਿਚਾਰ ਕਰ ਤਿਆਗੋ ਸੋਏ। ਆਖਿਆ ਮਹਾਰਾਜ ਇਹ ਰਿਸ਼ਤਾ ਮਨਾ ਕਰ ਦਿਓ, ਇਸ ਸਾਕਤ ਨਾਲ ਗੁਰੂ ਘਰ ਦੀ ਨਹੀਂ ਬਣ ਸਕਦੀ। ਉਹ ਬ੍ਰਹਮ ਗਿਆਨੀ ਸੇ ਕਹਿੰਦਾ, ਮਹਾਰਾਜ
ਇਹ ਪੱਤਰ ਪੜ੍ਹਨ ਦੀ ਲੋੜ ਨਹੀਂ, ਮੈਂ ਦੱਸਦਾ ਕਿ ਕੀ ਹੋਇਆ ਹੈ। ਇਹ ਦਿੱਲੀ 'ਚ ਰੌਲਾ ਪੈ ਚੁੱਕਿਆ ਹੈ। ਇਸ ਪਾਪੀ ਦੀ ਧੀ ਦਾ ਰਿਸ਼ਤਾ ਮੋੜ ਦਿਓ। ਸਾਕਤ ਸੰਗ ਨਾ ਬਣ ਹੈ ਤੁਮ ਸੋ ਇਮ ਵਿਚਾਰ ਕਰ ਤਿਆਗਿਓ ਸੋਏ। ਇਹ ਸਾਕਤ ਨਾਲ ਤੁਹਾਡੀ ਸਾਂਝ ਨਹੀਂ ਜੇ ਬਣਨੀ, ਇਹਦਾ ਤਿਆਗ ਕਰ ਦੇਣਾ ਚਾਹੀਦਾ ਹੈ। ਹਾਂਜੀ। ਸੁਨਤ ਲੋਕ ਰਿਸ ਕਰ ਤਿਸ ਹਟਕਤ, ਤੂਸ਼ਣ ਰਹੋ ਕਹੋ ਨਾ ਬਚ ਕੋਏ। ਜਿਹੜੇ ਸੰਗਤ ਵਿੱਚ ਹੋਰ ਪ੍ਰਾਣੀ ਬੈਠੇ ਸੀ ਉਹ ਪੈ ਗਏ ਜੀ ਸਾਰੇ ਉਹਨੂੰ, ਜਿਵੇਂ ਆਪਾਂ ਪੈ ਜਾਂਦੇ ਆ, ਉਹ ਬਹਿ ਜਾ ਓਏ, ਬਹਿ ਜਾ ਓਏ, ਚੁੱਪ ਕਰ ਜਾ ਓਏ, ਚੁੱਪ ਕਰ ਜਾ ਓਏ, ਉਹ ਤੂੰ ਕਿਉਂ ਬੋਲੀ ਜਾਨਾ ਓਏ। ਅਤ ਸ਼ਾਦੀ ਮੈਂ ਬਿਖ ਸਮ ਕਹਿਬੋ, ਉਚਿਤ ਨਾ ਤੋਹੇ ਲਿਹੋ ਅਵਲੋਏ। ਕਹਿਣ ਲੱਗੇ ਉਹ ਚੰਗੇ ਕੰਮ ਵੇਲੇ ਮਾੜੇ ਬੋਲ ਨਹੀਂ ਬੋਲੀ ਦੇ। ਦੁਨੀਆ ਸਾਰੀ ਪੈ ਗਈ ਜੀ ਉਸ ਬ੍ਰਹਮ ਗਿਆਨੀ ਨੂੰ ਕਿ ਤੂੰ ਜ਼ਹਿਰ ਵਰਗੇ ਸ਼ਬਦ ਕਿਉਂ ਬੋਲ ਰਿਹਾ ਹੈ। ਏਡਾ ਵੱਡਾ ਕਾਰਜ ਖੁਸ਼ੀ ਦਾ ਕਿ ਗੁਰੂ ਦੇ ਪੁੱਤਰ ਦਾ ਸਗਨ ਲੱਗਣਾ ਹੈ ਤੇ ਤੂੰ ਰੌਲਾ ਪਾਈ ਜਾਂਦਾ ਹੈ। ਅੰਤਰਜਾਮੀ ਸ਼੍ਰੀ ਅਰਜਨ ਤਬ, ਊਚੋ ਕਰਿਓ ਹਾਥ ਅਰਬਿੰਦ। ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਉੱਚਾ ਹੱਥ ਕਰਕੇ, ਉੱਚੀ ਆਪਣੀ ਬਾਹ ਕਰਕੇ ਇਹ ਸ਼ਬਦ ਬੋਲੇ ਨੇ। ਹਾਂਜੀ। ਧੀਰਜ ਧਰੋ ਕਰੈ ਹਮ ਐਸੇ, ਬੈਠੇ ਗਾਵੋ ਗੁਣ ਗੋਬਿੰਦ। ਗੁਰੂ ਅਰਜਨ ਦੇ ਪਿਤਾ ਮਹਾਰਾਜ ਉਸ ਸਿੱਖ ਨੂੰ ਕਹਿਣ ਲੱਗੇ, ਭਾਈ ਬੈਠ ਜਾਓ, ਤੁਸੀਂ ਪ੍ਰਭੂ ਦੇ ਗੁਣ ਗਾਓ, ਇਵੇਂ ਹੀ ਕਰਾਂਗੇ। ਹਾਂਜੀ। ਹੋਏ ਇਕੰਤ ਬਰਤੰਤ ਪੜਿਓ ਸਭ, ਲਖੀ ਖੁਟਾਈ ਕੀਨ ਮੁਜੰਦ। ਤੇ ਜਦੋਂ ਚਿੱਠੀ ਖੋਲੀ ਤੇ ਉਹਦੇ 'ਚ ਲਿਖਿਆ ਹੋਇਆ ਸੀ ਕਿ ਮਹਾਰਾਜ ਨੇ ਤੇ ਆਪਣੇ ਘਰ ਨੂੰ ਚੁਬਾਰਾ ਤੇ ਗੁਰੂ ਦੇ ਘਰ ਨੂੰ ਮੋਰੀ ਦੱਸਿਆ। ਹਾਂਜੀ। ਸਭ ਸੰਗਤ ਕੋ ਇਹੀ ਮਨੋਰਥ, ਨਹਿ ਨਾਤਾ ਲੀਜੈ ਜਗ ਬੰਦ। ਮਹਾਰਾਜ ਦਿੱਲੀ ਦੀ ਸੰਗਤ ਦਾ ਇਹ ਫੈਸਲਾ ਹੈ ਕਿ ਇਹ ਨਾਤਾ, ਇਹ ਰਿਸ਼ਤਾ ਆਪ ਜੀ ਨੂੰ ਨਹੀਂ ਲੈਣਾ ਚਾਹੀਦਾ। ਪਠ ਅਰਦਾਸ ਸਭਾ ਮਹਿ ਆਏ, ਹੀਰ ਉਠੇ ਮਾਨਵ ਸਮੁਦਾਏ। ਸਤਿਗੁਰੂ ਜੀ ਨੇ ਉਹ ਪੱਤਰ ਪੜ੍ਹ ਲਿਆ। ਵਾਪਸ ਜਦੋਂ ਦਰਬਾਰ ਵਿੱਚ ਆਏ ਤੇ ਸਾਰੀ ਸੰਗਤ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਮਦ ਤੇ ਉੱਠ ਕੇ ਖੜੀ ਹੋਈ ਹੈ। ਨਿਜ ਗਾਦੀ ਪਰ ਬੈਠ ਬਿਰਾਜੇ, ਜਗਤ ਗੁਰੂ ਸਿੱਖ ਅਣ ਸੁਖ ਦਾਏ। ਜਿਵੇਂ ਹੀ ਗੁਰੂ ਜੀ ਆਪਣੇ ਸਿੰਘਾਸਣ ਤੇ ਬੈਠੇ, ਸਭ ਨੇ ਸੀਸ ਨਵਾਇਆ, ਨਮਸਕਾਰ ਕੀਤੀ, ਸੰਗਤ ਫਿਰ ਬਹਿ ਗਈ। ਮਹਾਦੇਵ ਆਦਿਕ ਸੋ ਬੂਝਿਓ, ਖੱਤਰੀ ਦੁਸ਼ਟ ਹੰਕਾਰ ਬਧਾਏ। ਫਿਰ ਗੁਰੂ ਜੀ ਨੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਨੂੰ ਕਿਹਾ, ਮਹਾਦੇਵ ਜੀ, ਇਸ ਚੰਦੂ ਨੇ ਜਿਨੇ ਆਪਣੀ ਬੱਚੀ ਦੇ ਰਿਸ਼ਤੇ ਲਈ ਸਗਨ ਭੇਜਿਆ, ਉਸਨੇ ਦਿੱਲੀ ਦੇ ਵਿੱਚ ਇਸ ਤਰ੍ਹਾਂ ਬੈਠ ਕੇ ਬੋਲ ਬੋਲੇ ਨੇ। ਹਾਂਜੀ। ਬੋਲ ਬਿਗਾਰ ਵਿਸਾਲ ਪਇਓ ਬਹੋ, ਨਹਿ ਨਾਤੋ ਲੈਨੋ ਬਣ ਆਏ। ਤੇ ਮੈਂ ਪੱਤਰ, ਅਸੀਂ ਪੱਤਰ ਪੜ੍ਹ ਲਿਆ। ਦਿੱਲੀ ਦੀ ਸੰਗਤ ਨੇ ਆਪਣਾ ਫੈਸਲਾ ਭੇਜਿਆ ਹੈ ਤੇ ਇਹ ਰਿਸ਼ਤਾ ਲੈਣਾ ਬਣਦਾ ਨਹੀਂ, ਕਿਉਂਕਿ ਉਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ, ਗੁਰੂ ਦੇ ਘਰ ਨੂੰ ਮੋਰੀ ਦੱਸਦਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਅੱਜ ਮਲਟੀ ਸਟੋਰੀ ਬਿਲਡਿੰਗਾਂ ਬਣਦੀਆਂ ਨੇ। ਅੱਜ ਤੁਸੀਂ ਫਲੋਰ ਕਹਿੰਦੇ ਹੋ, ਪਹਿਲਾਂ ਹੁੰਦੇ ਹੀ ਨਹੀਂ ਸੀ। ਸਿਰਫ 2 ਮੰਜ਼ਲੇ ਘਰ ਹੁੰਦੇ ਸੀ ਕਿ ਜੇ ਜ਼ਮੀਨ ਤੇ ਕੋਠਾ ਬਣਿਆ ਤੇ ਉਹ ਘਰ ਹੈ, ਜੇ ਕੋਠੇ ਦੇ ਉੱਤੇ ਕੋਠਾ ਬਣ ਗਿਆ ਤੇ ਉਹ ਚੁਬਾਰਾ ਹੈ। ਹੁਣ ਉਹ ਕਹਿੰਦਾ ਸੀ ਵੀ ਮੈਂ ਐਵੇਂ ਆ ਜਿਵੇਂ 2 ਮੰਜ਼ਲਾ ਘਰ ਹੋਵੇ, ਤੇ ਗੁਰੂ ਐਵੇਂ ਹੈ ਕਿ ਜਿਵੇਂ ਜ਼ਮੀਨ ਦੇ ਉੱਤੇ ਘਰ ਹੋਵੇ, ਤੇ ਘਰ ਦੇ ਵਿੱਚ ਵੀ ਜਿਹੜੀ ਘਰ ਦੇ ਵਿੱਚੋਂ ਪਾਣੀ ਨਿਕਲਣ ਵਾਲੀ ਮੋਰੀ ਹੁੰਦੀ ਹੈ, ਇਹ ਇੰਨੇ ਨੀਵੇਂ ਨੇ ਮੇਰੇ ਤੋਂ, ਮੈਂ ਚੁਬਾਰਾ, ਮੈਂ ਇੰਨਾ ਉੱਚਾ। ਮਹਾਦੇਵ ਬ੍ਰਿਧ ਸਾਲੋ ਆਦਿਕ, ਸਬਨ ਸਲਾਹ ਦਈ ਤਿਸ ਪਾਏ। ਤਦੋਂ ਫਿਰ ਬਾਬਾ ਮਹਾਦੇਵ ਜੀ, ਬਾਬਾ ਬੁੱਢਾ ਜੀ, ਭਾਈ ਸਾਲੂ ਜੀ, ਸਾਰਿਆਂ ਨੇ ਕਿਹਾ ਵੀ ਮਹਾਰਾਜ ਬਿਲਕੁਲ ਤੁਹਾਡਾ ਫੈਸਲਾ ਠੀਕ ਹੈ। ਹਾਂਜੀ।   ਰਾਵ ਰਜਾਨਤ ਬੂਢ ਗੁਮਾਨੀ,   ਗੁਰੂ ਅਰਜਨ ਦੇਵ ਪ੍ਰਭ ਜਾਨੀ।
ਤੇ ਸੰਬੰਧ ਨੀਕੋ ਨਾ ਸੁਹਾਏ। ਮਹਾਰਾਜ ਜੇ ਆਪ ਮੰਨਦੇ ਹੋ ਕਿ ਉਹ ਹੰਕਾਰੀ ਹੈ ਤੇ ਮਹਾਰਾਜ ਫਿਰ ਰਿਸ਼ਤਾ ਨਹੀਂ ਬਣਦਾ। ਗ੍ਰਹਿ ਅਬ ਖੇਕਤ ਬੋਲਿਓ ਪਾਂਦਾ, ਸੁੰਦਰ ਸਮੋ ਨਾ ਇਹ ਬਿਤ ਜਾਏ। ਹੁਣ ਇਸ ਵਿਗੜਦੀ ਖੇਡ ਨੂੰ ਵੇਖ ਕੇ ਪੰਡਤ ਕਹਿੰਦਾ ਜੀ ਮੈਂ ਗ੍ਰਹਿਆਂ ਦੀ ਵਿਚਾਰ ਕੀਤੀ ਹੋਈ ਹੈ, ਸਮਾਂ ਬੜਾ ਸ਼ੁਭ ਹੈ, ਤੇ ਹੁਣ ਤੁਸੀਂ ਇਹਦੇ 'ਚ ਅੜਚਨਾ ਨਾ ਪਾਓ, ਗੱਲਾਂ ਨਾ ਕਰੋ, ਤੇ ਮੈਨੂੰ ਹੁਕਮ ਕਰੋ ਤੇ ਮੈਂ ਤਿਲਕ ਲਾਵਾਂ। ਹਾਂਜੀ, ਤਿਲਕ ਕਰਾਵੋ ਅਬ ਨਿਜ ਸੁਤ ਕੇ, ਬਣੇ ਸੰਬੰਧ ਬਿਗਨ ਬੇਨਸਾਏ। ਕਹਿਣ ਲੱਗਾ ਜੀ ਆ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਤੇ ਤੁਸੀਂ ਕਰ ਰਹੇ ਹੋ, ਸਮਾਂ ਬੜਾ ਸ਼ੁਭ ਹੈ, ਮੈਨੂੰ ਤਿਲਕ ਲਾ ਲੈਣ ਦਿਓ, ਰਿਸ਼ਤਾ ਹੋ ਜਾਣ ਦਿਓ। ਇਹ ਸਾਰੇ ਜਿਹੜੇ ਰਸਤੇ ਵਿੱਚ ਆਉਣ ਵਾਲੇ ਵਿਘਨ ਨੇ ਇਹ ਆਪਣੇ ਆਪ ਸਿੱਧੇ ਹੋ ਜਾਣਗੇ। ਸਮਾਂ ਹੀ ਇੰਨਾ ਸ਼ੁਭ ਹੈ, ਸ਼ੁਭ ਸਮੇਂ ਤੇ ਕੀਤਾ ਸਗਨ ਜਿਹੜਾ ਹੈ ਇਹ ਸਾਰੀਆਂ ਵਿਘਨ ਰੁਕਾਵਟਾਂ ਨੂੰ ਆਪ ਦੂਰ ਕਰੇਗਾ। ਉਹਨੇ ਹੁਣ ਆਪਣੀ ਜਿਹੜੀ ਪੰਡਤਾਂ ਵਾਲੀ ਵਿਦਵਤਾ ਵਾਲੀ ਬੋਲੀ ਹੈ ਉਹ ਬੋਲੀ। ਹਾਂਜੀ, ਦੇਹ ਆਏ ਸਦਿਜ ਕਰੈ ਸ਼ਗਨ ਕੋ, ਸਭ ਕੀ ਲਾਲਸ ਪੂਰੀ ਹੋਏ। ਇਸ ਕਰਕੇ ਆਗਿਆ ਦਿਓ ਤੇ ਮੈਂ ਸਗਨ ਦੀ ਮਰਿਆਦਾ ਕਰਾਂ। ਹਾਂਜੀ, ਭਾਈ ਬਿਰਖ ਸ਼੍ਰੀ ਅਰਜਨ ਬੋਲੇ, ਤਿਸ ਕੀ ਸਮਤਾ ਹਮੈ ਨ ਜੋਏ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬ੍ਰਾਹਮਣ ਗੱਲ ਤੇਰੀ ਠੀਕ ਹੈ, ਪਰ ਸਵਾਲ ਤੇ ਫਿਰ ਉਹੀ ਹੈ ਨਾ ਜਿਹੜਾ ਦਿੱਲੀ ਦੀ ਸੰਗਤ ਨੇ ਪੱਤਰ ਘੱਲਿਆ ਹੈ ਵੀ ਸਾਡੀ ਤੇ ਜਿਹੜਾ ਦੀਵਾਨ ਚੰਦੂ ਹੈ ਸਾਡੀ ਸਮਤਾ ਨਹੀਂ ਹੈ, ਬਰਾਬਰਤਾ ਨਹੀਂ ਹੈ। ਹਾਂਜੀ, ਲੈ ਬੋ ਉਚਿਤ ਨਹੀਂ ਇਹ ਨਾਤਾ, ਜਾਤ ਦਰਬ ਹੰਕਾਰੀ ਸੋਏ। ਉਸ ਹੰਕਾਰੀ ਦਾ ਰਿਸ਼ਤਾ ਲੈਣਾ ਯੋਗ ਨਹੀਂ, ਕਿਉਂਕਿ ਉਹਦੇ ਬੋਲ ਉੱਚੇ ਨੇ। ਹਾਂਜੀ, ਉੱਚੋ ਬਣਿਓ ਚੁਬਾਰਾ ਮਦ ਤੇ, ਚੌਹ ਦਿਸ ਤੇ ਦੁਖ ਦੇ ਸਭ ਕੋਏ। ਉਹ ਆਪਣੇ ਆਪ ਨੂੰ ਚੁਬਾਰਾ ਸਮਝਦਾ ਹੈ, ਕਿਉਂਕਿ ਉਹ ਤਾਂ ਰਾਜ ਭਾਗ ਦੇ ਇੱਕ ਛੋਟਾ ਮੰਤਰੀ ਹੋਣ ਦੇ ਮੱਧ ਵਿੱਚ ਹੈ, ਨਸ਼ੇ ਵਿੱਚ ਹੈ। ਮੇਰੇ ਕੋਲ ਤਾਕਤ ਹੈ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਇਸ ਕਰਕੇ ਦੁੱਖ ਦੇ ਸਭ ਕੋਏ। ਉਹ ਜਿਹੜਾ ਵੀ ਉਹਦੇ ਨਾਲ ਨਾਤਾ ਕਰੇਗਾ ਉਹ ਉਸ ਨੂੰ ਦੁੱਖ ਦੇਵੇਗਾ। ਜੋ ਉੱਚੋ ਤੇ ਗਿਰਬੇ ਕੋ ਡਰ, ਪਰੇ ਗਾਜ ਜਰ ਰਹਿ ਨ ਜਾਏ। ਪਰ ਇੱਕ ਗੱਲ ਪੰਡਤ ਜੀ ਯਾਦ ਰੱਖਣਾ, ਜਿਹੜਾ ਉੱਚਾ ਹੋਵੇ ਤੇ ਡਿੱਗਦਾ ਉਹੀ ਹੁੰਦਾ ਹੈ। ਜਦੋਂ ਸਮਾਨੀ ਬਿਜਲੀ ਡਿੱਗਦੀ ਹੈ ਨਾ ਫਿਰ ਉੱਚੀਆਂ ਥਾਵਾਂ ਤੇ ਹੀ ਸਭ ਕੁਝ ਸੜ ਕੇ ਸਵਾ ਪਹਿਲਾਂ ਹੁੰਦਾ ਹੈ। ਹਮ ਸਮ ਹਮ ਕੋ ਆਣ ਮਿਲੇ ਕੋ, ਬਣ ਚੁਬਾਰਾ ਪਾਲ ਬਣਾਏ। ਇਸ ਕਰਕੇ ਸਾਨੂੰ ਕੋਈ ਸਾਡੇ ਵਰਗਾ ਮਿਲ ਜਾਏਗਾ, ਉਹ ਆਪਣਾ ਭਲਾ ਚੁਬਾਰਾ ਰੱਖੇ, ਸਾਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ। ਗੁਰੂ ਦਾ ਘਰ ਜਿਹੜਾ ਹੈ ਇਹ ਗਰੀਬੀ ਦਾਵੇ ਵਾਲਾ ਘਰ ਹੈ। ਕੋਈ ਗਰੀਬ ਸਿੱਖ ਆਏਗਾ ਤੇ ਆ ਕੇ ਆਪਣੀ ਧੀ ਦਾ ਰਿਸ਼ਤਾ ਦੇ ਦੇਗਾ। ਇਸ ਕਰਕੇ ਉਹਨੂੰ ਵਿਦਵਾਨ ਸਾਹਿਬ ਨੂੰ ਕਹੋ ਜਾ ਕੇ ਵੀ ਉਹ ਆਪਣਾ ਚੁਬਾਰਾ ਸੰਭਾਲ ਕੇ ਰੱਖਣ। ਸਤਿਗੁਰ ਕੋ ਘਰ ਮਾਨ ਨੇ ਮਾਨਣ, ਮਾਨੀ ਜਬ ਕਬ ਲਹੇ ਸਜਾਏ। ਗੁਰੂ ਦਾ ਘਰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਉਟਿਆਂ ਦੀ ਓਟ ਹੈ, ਨਿਗਤਿਆਂ ਦੀ ਗੱਤ ਹੈ, ਨਿਪੱਤਿਆਂ ਦੀ ਪਤ ਹੈ, ਨਿਧਰਿਆਂ ਦੀ ਧਿਰ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਕੋ ਘਰ ਮਾਨ ਨਿਮਾਨਣ, ਮਾਨੀ ਜਬ ਕਬ ਲਹੇ ਸਜਾਏ। ਹੰਕਾਰੀ ਆਦਮੀ ਨੂੰ ਇੱਕ ਨਾ ਇੱਕ ਦਿਨ ਸਜ਼ਾ ਭੋਗਣੀ ਪੈਂਦੀ ਹੈ। ਇੱਕ ਦਿਨ ਉਹਦੇ ਜੀਵਨ ਵਿੱਚ ਜ਼ਰੂਰ ਆਉਂਦਾ ਹੈ ਕਿ ਆਪਣੇ ਹੰਕਾਰ ਦੇ ਕਾਰਨ ਉਹ ਸਜ਼ਾ ਜਾਫਤਾ ਹੋ ਜਾਂਦਾ ਹੈ। ਨਮਰ ਹੋਏ ਨਮਰਨ ਸੋ ਮਿਲ ਹੈ, ਦੋਹ ਦਿਸ ਰਸ ਪੈ ਪਰਮੁਦ ਉਪਾਏ। ਇਸ ਕਰਕੇ ਕੋਈ ਨਮਰ ਹੋਏਗਾ, ਨਮਰੀ ਨੂੰ ਆ ਕੇ ਮਿਲੇਗਾ ਤੇ ਦੋਨਾਂ ਪਾਸਿਆਂ ਤੇ ਪਿਆਰ ਦਾ ਰਸ ਪੈਦਾ ਹੋਏਗਾ। ਦੀਵਾਨ ਹੰਕਾਰੀ ਹੈ, ਸਾਨੂੰ ਉਸ ਦਾ ਰਿਸ਼ਤਾ ਪ੍ਰਵਾਨ ਨਹੀਂ। ਇੰਜ ਸੱਚੇ ਪਾਤਸ਼ਾਹ ਜੀ ਨੇ ਉਸ ਆਏ ਬ੍ਰਾਹਮਣ ਨੂੰ ਜਿਹੜਾ ਸਗਨ ਲੈ ਕੇ ਆਇਆ ਸੀ
ਸਗਨ ਲਾਉਣ ਤੋਂ ਮਨਾ ਕਰ ਦਿੱਤਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।